ਵਿਆਹ ਤੋਂ ਬਾਅਦ ਮੈਂ 3 ਕੁੜੀਆਂ ਨੂੰ ਜਨਮ ਦਿੱਤਾ। ਚੌਥੀ ਵਾਰ ਜਦ ਮੈਂ ਪ੍ਰੈਗਨੈਂਟ ਹੋਈ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਜੇ ਇਸ ਵਾਰ ਕੁੜੀ ਪੈਦਾ ਹੋਈ ਤਾਂ ਤੈਨੂੰ ਘਰ ਤੋਂ ਕੱਢ ਦੇਵਾਂਗੇ। ਮੈਂ ਹਰ ਵਕਤ ਪਰੇਸ਼ਾਨ ਰਹਿੰਦੀ ਸੀ ਤੇ ਰੱਬ ਅੱਗੇ ਪ੍ਰਾਰਥਨਾ ਕਰਦੀ ਰਹਿੰਦੀ ਸੀ ਕਿ ਇਸ ਵਾਰ ਮੈਨੂੰ ਮੁੰਡਾ ਹੀ ਹੋਵੇ। ਇੱਕ ਦਿਨ ਮੇਰਾ ਨੌਕਰ ਬੋਲਿਆ ਕਿ ਮੇਮ ਸਾਹਿਬ, ਰੋਜ਼ ਤੁਸੀਂ ਕੱਚਾ ਅੰਡਾ ਖਾਇਆ ਕਰੋ, ਬੇਸ਼ਰਤ ਤੁਹਾਡੇ ਮੁੰਡਾ ਹੀ ਹੋਵੇਗਾ। ਮੈਂ ਰੋਜ਼ ਰਾਤ ਨੂੰ ਕੱਚਾ ਅੰਡਾ ਖਾ ਕੇ ਸੌਣ ਲੱਗੀ। ਪਰ ਜਦ ਡਿਲੀਵਰੀ ਦੇ ਟਾਈਮ ਬੱਚਾ ਪੈਦਾ ਹੋਇਆ ਤਾਂ ਉਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਉੱਥੇ ਤਾਂ ਨੌਕਰ ਦਾ ਮੇਰਾ ਨਾਮ ਰਮਨ ਹੈ। ਮੇਰੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ। ਮੇਰਾ ਵਿਆਹ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਮੇਰੇ ਮਾਂ-ਬਾਪ ਨੇ ਵੀ ਇਸ ਪਰਿਵਾਰ ਬਾਰੇ ਕੋਈ ਪੁੱਛ ਪੜਤਾਲ ਨਹੀਂ ਕੀਤੀ। ਉਹ ਤਾਂ ਇਸ ਗੱਲ ਨਾਲ ਹੀ ਖੁਸ਼ ਸਨ ਕਿ ਬਹੁਤ ਵੱਡਾ ਘਰ ਹੈ ਤੇ ਮੁੰਡਾ ਵੀ ਇਕਲੌਤਾ ਹੈ। ਜਿੱਥੇ ਮੁੰਡੇ ਇਕਲੌਤੇ ਹੁੰਦੇ ਹਨ ਉੱਥੇ ਤਾਂ ਸਾਰੀਆਂ ਜ਼ਿੰਮੇਵਾਰੀਆਂ ਵੀ ਬਹੂ 'ਤੇ ਹੀ ਪੈ ਜਾਂਦੀਆਂ ਹਨ। ਇਸ ਘਰ ਵਿੱਚ ਕੋਈ ਕਮੀ ਨਹੀਂ ਸੀ, ਪਰ ਇੱਕ ਗੱਲ ਨੇ ਮੇਰਾ ਜੀਣਾ ਹਰਾਮ ਕਰ ਰੱਖਿਆ ਸੀ ਤੇ ਉਹ ਇਹ ਸੀ ਕਿ ਮੈਂ ਇਸ ਘਰ ਲਈ ਵਾਰਸ ਪੈਦਾ ਕਰਨਾ ਸੀ। ਖੈਰ, ਮੈਂ ਵਿਆਹ ਦੇ ਪਹਿਲੇ ਸਾਲ ਵਿੱਚ ਹੀ ਪ੍ਰੈਗਨੈਂਟ ਹੋ ਗਈ। ਮੈਂ ਬਹੁਤ ਜ਼ਿਆਦਾ ਖੁਸ਼ ਸੀ। ਫਿਰ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਬੇਟੀ ਨੂੰ ਪਾ ਕੇ ਮੈਂ ਬਹੁਤ ਖੁਸ਼ ਸੀ, ਕਿਉਂਕਿ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੂੰ ਵਿਆਹ ਦੇ 10 ਸਾਲ ਬਾਅਦ ਵੀ ਕੋਈ ਔਲਾਦ ਨਸੀਬ ਨਹੀਂ ਹੁੰਦੀ। ਪਰ ਮੇਰੇ ਪਤੀ ਤੇ ਮੇਰੀ ਸੱਸ ਬਿਲਕੁਲ ਵੀ ਖੁਸ਼ ਨਹੀਂ ਲੱਗ ਰਹੇ ਸੀ, ਪਰ ਉਹਨਾਂ ਨੇ ਨਾਰਾਜ਼ਗੀ ਵੀ ਜ਼ਾਹਰ ਨਹੀਂ ਕੀਤੀ। ਪਰ ਮੈਨੂੰ ਨਹੀਂ ਪਤਾ ਸੀ ਕਿ ਕਿਸਮਤ ਨੇ ਮੇਰੇ ਲਈ ਕੀ ਲਿਖ ਕੇ ਰੱਖਿਆ ਹੈ, ਕਿਉਂਕਿ ਮੇਰੇ ਘਰ ਵਿੱਚ ਇੱਕ ਇੱਕ ਕਰਕੇ 3 ਕੁੜੀਆਂ ਨੇ ਜਨਮ ਲਿਆ। ਇਸ ਘਰ ਨੂੰ ਹਵੇਲੀ ਕਹਿਣਾ ਜ਼ਿਆਦਾ ਠੀਕ ਰਹੇਗਾ। ਇਸ ਹਵੇਲੀ ਵਿੱਚ ਇੱਕ ਨੌਕਰ ਵੀ ਸੀ ਜਿਸ ਨੂੰ ਰਾਮੂ ਕਹਿੰਦੇ ਸਨ। ਇੱਕ ਉਹੀ ਸੀ ਸਾਡੇ ਘਰ ਵਿੱਚ ਜੋ ਮੇਰਾ ਦੁੱਖ ਸਮਝਦਾ ਸੀ ਤੇ ਕਹਿੰਦਾ ਸੀ ਕਿ ਰੱਬ ਨੇ ਤੁਹਾਡੇ ਘਰ ਵਿੱਚ ਬਹੁਤ ਖੁਸ਼ੀਆਂ ਦਿੱਤੀਆਂ ਨੇ। ਉਹੀ ਅਕਸਰ ਇਹ ਖਬਰ ਬਾਹਰ ਸੁਣਾਉਣ ਆਉਂਦਾ ਕਿ ਬੇਟੀ ਹੋਈ ਹੈ ਤੇ ਬਦਲੇ ਵਿੱਚ ਮੇਰੇ ਪਤੀ ਤੋਂ ਥੱਪੜ ਵੀ ਖਾ ਲੈਂਦਾ। ਆਖਰੀ 2 ਕੁੜੀਆਂ ਜਦ ਹੋਈਆਂ ਤਾਂ ਮੇਰੀ ਸੱਸ ਤੇ ਮੇਰੇ ਪਤੀ ਨੇ ਬਹੁਤ ਗੁੱਸਾ ਕੀਤਾ ਸੀ ਤੇ ਮੈਨੂੰ ਵੀ 4 ਗੱਲਾਂ ਸੁਣਾਈਆਂ ਸੀ ਤੇ ਕਈ ਹਫ਼ਤਿਆਂ ਤੱਕ ਉਹਨਾਂ ਦਾ ਮੂਡ ਵੀ ਖਰਾਬ ਰਿਹਾ। ਮੇਰੇ ਪਤੀ ਆਪਣੀਆਂ ਬੇਟੀਆਂ ਨੂੰ ਵੀ ਪਿਆਰ ਨਹੀਂ ਕਰਦੇ ਸਨ। ਮੇਰੀ ਸੱਸ ਵੀ ਉਹਨਾਂ ਨੂੰ ਆਪਣੇ ਕੋਲ ਨਹੀਂ ਆਉਣ ਦਿੰਦੀ ਸੀ। ਉਹ ਇਸ ਤਰ੍ਹਾਂ ਖਾਰ ਖਾਂਦੀ ਸੀ ਜਿਵੇਂ ਉਹਨਾਂ ਦੇ ਹੱਥ ਲਗਾਉਣ ਨਾਲ ਉਹਦੇ ਹੱਥ ਗੰਦੇ ਹੋ ਜਾਣਗੇ। ਮੇਰਾ ਮਨ ਬਹੁਤ ਦੁਖੀ ਹੁੰਦਾ। ਇਸ ਘਰ ਵਿੱਚ ਮੇਰੀਆਂ ਬੇਟੀਆਂ ਲਈ ਸਾਰੀਆਂ ਸੁਵਿਧਾਵਾਂ ਸਨ। ਉਹ ਚੰਗੇ ਸਕੂਲਾਂ ਵਿੱਚ ਪੜ੍ਹਦੀਆਂ ਸੀ। ਉਹਨਾਂ ਦਾ ਖਾਣਾ ਪੀਣਾ ਵੀ ਵਧੀਆ ਸੀ, ਪਰ ਉਹਨਾਂ ਨੂੰ ਕੋਈ ਪਿਆਰ ਨਹੀਂ ਕਰਦਾ ਸੀ। ਇਸ ਕਰਕੇ ਮੇਰੀਆਂ ਕੁੜੀਆਂ ਜਿੱਦੀ ਹੁੰਦੀਆਂ ਜਾ ਰਹੀਆਂ ਸੀ। ਹੁਣ ਮੈਂ ਵੀ ਰੱਬ ਅੱਗੇ 3 ਕੁੜੀਆਂ ਹੋਣ ਤੋਂ ਬਾਅਦ ਇੱਕ ਮੁੰਡਾ ਦੇਣ ਲਈ ਪ੍ਰਾਰਥਨਾ ਕਰਨ ਲੱਗੀ, ਕਿਉਂਕਿ ਮੈਂ ਵੀ ਚਾਹੁੰਦੀ ਸੀ ਕਿ ਰੱਬ ਮੇਰੀ ਝੋਲੀ ਵਿੱਚ ਵੀ ਇੱਕ ਮੁੰਡਾ ਦੇ ਦੇਵੇ। ਪਰ ਤੀਜੀ ਕੁੜੀ ਹੋਣ ਤੋਂ 2 ਸਾਲ ਬਾਅਦ ਵੀ ਮੈਂ ਪ੍ਰੈਗਨੈਂਟ ਨਹੀਂ ਹੋਈ ਸੀ। 3 ਕੁੜੀਆਂ ਦੀ ਮਾਂ ਤੇ ਹੁਣ ਪ੍ਰੈਗਨੈਂਟ ਨਾ ਹੋਣ ਕਰਕੇ ਮੈਨੂੰ ਹੋਰ ਵੀ ਗੱਲਾਂ ਸੁਣਨੀਆਂ ਪੈਂਦੀਆਂ ਸਨ। ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ। ਜਦ ਇਨਸਾਨ ਪਰੇਸ਼ਾਨੀ ਵਿੱਚ ਹੁੰਦਾ ਹੈ ਤਾਂ ਉਸ ਨੂੰ ਜੋ ਵੀ ਮਿਲਦਾ ਹੈ ਉਹ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੰਦਾ ਹੈ। ਇੱਕ ਸਾਡਾ ਨੌਕਰ ਹੀ ਸੀ ਜੋ ਮੇਰੇ ਦੁੱਖ ਨੂੰ ਸਮਝਦਾ ਸੀ, ਇਸ ਲਈ ਮੈਂ ਉਸ ਨਾਲ ਸਾਰੀ ਗੱਲ ਕਰ ਲੈਂਦੀ ਸੀ ਕਿ ਮੈਂ ਕਿਉਂ ਪਰੇਸ਼ਾਨ ਰਹਿੰਦੀ ਹਾਂ। ਪਰ ਰਾਮੂ ਨੇ ਮੈਨੂੰ ਆਪਣੇ ਬਾਰੇ ਕਦੇ ਕੁਝ ਨਹੀਂ ਦੱਸਿਆ ਸੀ। ਵੈਸੇ ਵੀ ਮੈਨੂੰ ਉਸ ਬਾਰੇ ਜਾਣਨ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਇੱਕ ਚੰਗਾ ਇਨਸਾਨ ਸੀ, ਉਮਰ ਵਿੱਚ ਮੈਥੋਂ ਛੋਟਾ ਸੀ। ਇਸ ਘਰ ਪਰਿਵਾਰ ਦਾ ਉਹ ਵਫਾਦਾਰ ਨੌਕਰ ਸੀ ਤੇ ਉਸ ਦੇ ਬਾਪ ਦਾਦਾ ਵੀ ਇੱਥੇ ਹੀ ਕੰਮ ਕਰਦੇ ਰਹੇ ਸਨ। ਮੈਂ ਦਿਨ ਰਾਤ ਪ੍ਰਾਰਥਨਾ ਕਰਦੀ ਰਹਿੰਦੀ। ਫਿਰ ਰੱਬ ਨੇ ਮੇਰੀ ਸੁਣ ਲਈ। ਮੈਂ ਚੌਥੀ ਵਾਰ ਪ੍ਰੈਗਨੈਂਟ ਹੋ ਗਈ। ਮੈਂ ਖੁਸ਼ ਸੀ ਕਿਉਂਕਿ ਮੈਨੂੰ ਫਿਰ ਤੋਂ ਇੱਕ ਨਵੀਂ ਉਮੀਦ ਜਾਗ ਗਈ ਸੀ। ਮੈਂ ਜਦ ਵੀ ਪ੍ਰੈਗਨੈਂਟ ਹੁੰਦੀ ਸੀ ਤਾਂ ਮੇਰੇ ਪਤੀ ਅਤੇ ਮੇਰੀ ਸੱਸ ਪੂਰੇ 9 ਮਹੀਨੇ ਮੇਰੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦੇ ਸੀ। ਉਹਨਾਂ ਨੂੰ ਉਮੀਦ ਸੀ ਕਿ ਰੱਬ ਸਾਨੂੰ ਇੱਕ ਪੁੱਤਰ ਦੇਵੇਗਾ ਤੇ ਸਭ ਕੁਝ ਠੀਕ ਹੋ ਜਾਵੇਗਾ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ। ਮੇਰੀ ਸੱਸ ਮੇਰੇ ਕਮਰੇ ਵਿੱਚ ਆਈ। ਪਹਿਲਾਂ ਤਾਂ ਉਸਨੇ ਮੈਨੂੰ ਹਾਲ ਚਾਲ ਪੁੱਛਿਆ, ਫਿਰ ਕਹਿਣ ਲੱਗੀ ਕਿ ਜੇ ਇਸ ਵਾਰ ਤੈਨੂੰ ਮੁੰਡਾ ਨਾ ਹੋਇਆ ਤਾਂ ਅਸੀਂ ਤੈਨੂੰ ਘਰ ਤੋਂ ਕੱਢ ਦੇਵਾਂਗੇ। ਸਾਨੂੰ ਇਸ ਘਰ ਲਈ ਵਾਰਿਸ ਚਾਹੀਦਾ ਹੈ। ਇਹ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੇਰਾ ਇਸ ਦੁਨੀਆ ਵਿੱਚ ਇਸ ਘਰ ਤੋਂ ਇਲਾਵਾ ਹੈ ਹੀ ਕੌਣ। ਮੇਰੇ ਮਾਂ-ਬਾਪ ਵੀ ਇਸ ਦੁਨੀਆ 'ਤੇ ਨਹੀਂ ਹਨ। ਮੈਂ ਆਪਣੀਆਂ ਕੁੜੀਆਂ ਨੂੰ ਲੈ ਕੇ ਕਿੱਥੇ ਜਾਵਾਂਗੀ। ਮੇਰੀ ਸੱਸ ਕਹਿਣ ਲੱਗੀ ਕਿ ਇਹ ਮੇਰਾ ਪ੍ਰੋਬਲਮ ਨਹੀਂ ਹੈ, ਤੂੰ ਜਿੱਥੇ ਮਰਜ਼ੀ ਜਾਵੀਂ। ਇਸ ਲਈ ਤੂੰ ਪ੍ਰਾਰਥਨਾ ਕਰ ਕਿ ਤੈਨੂੰ ਮੁੰਡਾ ਹੀ ਹੋਵੇ। ਜੇ ਤੈਨੂੰ ਮੁੰਡਾ ਹੋ ਗਿਆ ਤਾਂ ਤੂੰ ਇਸ ਹਵੇਲੀ 'ਤੇ ਰਾਜ ਕਰੇਂਗੀ। ਤੈਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਿਆ ਜਾਵੇਗਾ।
ਪਰ ਜੇ ਤੈਨੂੰ ਮੁੰਡਾ ਨਾ ਹੋਇਆ ਤਾਂ ਤੈਨੂੰ ਇਸ ਘਰ ਵਿੱਚੋਂ ਕੱਢ ਦਿੱਤਾ ਜਾਵੇਗਾ ਤੇ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਰਵਾ ਦੇਵਾਂਗੀ। ਮੈਂ ਤੈਨੂੰ 4 ਮੌਕੇ ਦਿੱਤੇ, ਹੁਣ ਜੇ 4 ਮੌਕਿਆਂ ਦੇ ਬਾਅਦ ਵੀ ਤੂੰ ਮੈਨੂੰ ਇਸ ਘਰ ਦਾ ਵਾਰਸ ਨਹੀਂ ਦੇ ਸਕਦੀ ਤਾਂ ਇਹ ਤੇਰੀ ਗਲਤੀ ਹੋਵੇਗੀ। ਮੇਰੀ ਸੱਸ ਦੇ ਮਨ ਵਿੱਚ ਜੋ ਚੱਲ ਰਿਹਾ ਸੀ ਉਹ ਉਸਨੇ ਕਹਿ ਦਿੱਤਾ। ਉਸ ਦੀਆਂ ਇਹ ਗੱਲਾਂ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ। ਚੰਗੀ ਤਾਂ ਉਹ ਮੇਰੇ ਨਾਲ ਪਹਿਲਾਂ ਵੀ ਨਹੀਂ ਸੀ, ਪਰ ਇੰਨਾ ਵੱਡਾ ਜ਼ੁਲਮ ਉਹ ਮੇਰੇ ਤੇ ਕਿਵੇਂ ਕਰ ਸਕਦੀ ਸੀ। ਰਾਮੂ ਨੂੰ ਮੈਂ ਕੁਝ ਦੇਰ ਪਹਿਲਾਂ ਜੂਸ ਬਣਾਉਣ ਲਈ ਕਿਹਾ ਸੀ। ਉਹ ਸ਼ਾਇਦ ਜੂਸ ਦੇਣ ਹੀ ਮੇਰੇ ਕਮਰੇ ਵਿੱਚ ਆਇਆ ਸੀ ਤੇ ਉਸਨੇ ਮੇਰੀ ਸੱਸ ਦੀਆਂ ਗੱਲਾਂ ਸੁਣ ਲਈਆਂ ਸੀ ਤੇ ਮੈਨੂੰ ਰੋਂਦੀ ਹੋਈ ਨੂੰ ਵੀ ਦੇਖ ਲਿਆ ਸੀ। ਉਸਨੇ ਜੂਸ ਨੂੰ ਟੇਬਲ ਤੇ ਰੱਖ ਦਿੱਤਾ ਤੇ ਹੱਥ ਜੋੜ ਕੇ ਮੇਰੇ ਸਾਹਮਣੇ ਖੜਾ ਹੋ ਗਿਆ ਤੇ ਕਹਿਣ ਲੱਗਿਆ, ਮੇਮ ਸਾਹਿਬ, ਮੈਂ ਸਭ ਕੁਝ ਸੁਣ ਲਿਆ ਹੈ। ਇਹ ਲੋਕ ਬਹੁਤ ਹੀ ਨਿਰਦਈ ਲੋਕ ਹਨ। ਇਹਨਾਂ ਦੇ ਬਾਪ ਦਾਦਾ ਵੀ ਅਜਿਹੇ ਹੀ ਸਨ ਤੇ ਇਹਨਾਂ ਦੇ ਖਾਨਦਾਨ ਨੂੰ ਇੱਕ ਬਦਦੁਆ ਲੱਗੀ ਹੋਈ ਹੈ ਕਿ ਕਈ ਸਾਲ ਇਹਨਾਂ ਦੇ ਘਰ ਮੁੰਡਾ ਪੈਦਾ ਨਹੀਂ ਹੁੰਦਾ। ਸਾਹਿਬ ਵੀ ਵੱਡੀ ਮੇਮ ਸਾਹਿਬ ਦੇ ਵਿਆਹ ਤੋਂ 10 ਸਾਲ ਬਾਅਦ ਹੀ ਪੈਦਾ ਹੋਏ ਸੀ। ਮੈਂ ਹੈਰਾਨ ਹੋਈ ਕਿ ਮੇਰੀ ਸੱਸ ਜਦ 10 ਸਾਲ ਬਾਅਦ ਮਾਂ ਬਣੀ ਤਾਂ ਉਸ ਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਹੋਵੇਗਾ। ਉਹਨਾਂ ਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੋਵੇਗਾ ਜਿਸ ਤਰ੍ਹਾਂ ਹੁਣ ਇਸ ਵਕਤ ਮੈਨੂੰ ਹੋ ਰਿਹਾ ਹੈ। ਕੀ ਉਹ ਮੇਰਾ ਦੁੱਖ ਨਹੀਂ ਸਮਝ ਸਕਦੇ? ਪਰ ਮੈਂ ਤਾਂ ਇਸ ਘਰ ਨੂੰ ਔਲਾਦ ਦੇ ਦਿੱਤੀ ਸੀ, ਮੈਂ ਬਿਲਕੁਲ ਬਾਂਝ ਤਾਂ ਨਹੀਂ ਸੀ। ਰਾਮੂ ਕਹਿਣ ਲੱਗਿਆ ਕਿ ਮੇਮ ਸਾਹਿਬ, ਮੈਂ ਤੁਹਾਨੂੰ ਇੱਕ ਤਰਕੀਬ ਦੱਸਦਾ ਹਾਂ। ਇਹ ਬਹੁਤ ਵਧੀਆ ਉਪਾਅ ਹੈ। ਸਾਡੇ ਬੜੇ ਬਜ਼ੁਰਗਾਂ ਦਾ ਭਰੋਸਾ ਹੈ ਇਸ ਇਲਾਜ ਤੇ। ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਚਾ ਅੰਡਾ ਖਾਣਾ ਹੋਵੇਗਾ। ਮੈਂ ਸ਼ਰਤ ਲਗਾ ਕੇ ਕਹਿੰਦਾ ਹਾਂ ਕਿ ਤੁਹਾਨੂੰ ਮੁੰਡਾ ਹੀ ਹੋਵੇਗਾ। ਮੈਂ ਕਿਹਾ, ਇਹ ਤੂੰ ਕੀ ਕਹਿ ਰਿਹਾ ਏ? ਇਸ ਤਰ੍ਹਾਂ ਮੁੰਡਾ ਕਿਵੇਂ ਹੋ ਸਕਦਾ ਹੈ? ਰਾਮੂ ਕਹਿਣ ਲੱਗਿਆ ਕਿ ਮੇਮ ਸਾਹਿਬ, ਜਿੱਥੇ ਇੰਨਾ ਕੁਝ ਕੀਤਾ ਹੈ ਉੱਥੇ ਇਹ ਵੀ ਕਰਕੇ ਦੇਖ ਲਵੋ। ਜੇ ਮੁੰਡਾ ਨਾ ਹੋਇਆ ਤਾਂ ਮੇਰਾ ਨਾਮ ਬਦਲ ਦਿਓ। ਕਿਉਂਕਿ ਮੈਂ ਵੀ ਬਹੁਤ ਪਰੇਸ਼ਾਨ ਸੀ, ਇਸ ਲਈ ਮੈਂ ਇਹ ਵੀ ਨਹੀਂ ਸੋਚਿਆ ਕਿ ਉਹ ਜਿਹੜੀ ਸਲਾਹ ਦੇ ਰਿਹਾ ਹੈ ਉਹ ਮੇਰੀ ਕੰਮ ਦੀ ਵੀ ਹੈ ਜਾਂ ਨਹੀਂ, ਇਸ ਦੇ ਪਿੱਛੇ ਕੋਈ ਲੌਜਿਕ ਹੈ ਵੀ ਜਾਂ ਨਹੀਂ। ਮੈਂ ਉਸ ਦੀ ਗੱਲ ਮੰਨ ਗਈ। ਮੈਂ ਉਸ ਨੂੰ ਕਿਹਾ ਕਿ ਮੈਂ ਰਾਤ ਨੂੰ ਰੋਜ਼ ਕੱਚਾ ਆਂਡਾ ਪੀ ਲਵਾਂਗੀ। ਜੇ ਕਿਤੇ ਮੈਂ ਭੁੱਲ ਗਈ ਤਾਂ ਤੂੰ ਮੈਨੂੰ ਯਾਦ ਕਰਵਾ ਦੇਵੀਂ। ਰਾਮੂ ਨੇ ਕਿਹਾ ਕਿ ਮੇਮ ਸਾਹਿਬ, ਇਹ ਕੰਮ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਾਂਗਾ ਤੇ ਮੈਨੂੰ ਯਕੀਨ ਹੈ ਕਿ ਇਸ ਵਾਰ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਫਿਰ ਮੈਂ ਕੱਚਾ ਆਂਡਾ ਪੀਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਇਹ ਮੈਨੂੰ ਬਹੁਤ ਅਜੀਬ ਲੱਗਿਆ, ਇਸ ਦਾ ਸਵਾਦ ਵੀ ਅਜੀਬ ਜਿਹਾ ਸੀ, ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿਉਂਕਿ ਮੈਨੂੰ ਹਰ ਹਾਲ ਵਿੱਚ ਮੁੰਡਾ ਹੀ ਚਾਹੀਦਾ ਸੀ। ਇਹ ਮੇਰੇ ਜੀਵਨ ਦਾ ਉਦੇਸ਼ ਬਣ ਗਿਆ ਸੀ। ਜੇ ਕਿਸੇ ਦਿਨ ਮੈਂ ਇਹ ਲੈਣਾ ਭੁੱਲ ਜਾਂਦੀ ਤਾਂ ਰਾਮੂ ਮੈਨੂੰ ਦੁੱਧ ਦੇ ਬਹਾਨੇ ਆਂਡਾ ਦੇ ਜਾਂਦਾ। ਮੇਰੇ ਪਤੀ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ, ਪਰ ਇੱਕ ਦਿਨ ਉਹਨਾਂ ਨੂੰ ਇਹ ਗੱਲ ਸਮਝ ਆ ਗਈ। ਮੇਰੇ ਪਤੀ ਨੇ ਕਿਹਾ ਕਿ ਇਹ ਆਂਡਾ ਤੇਰੇ ਲਈ ਹੈ। ਮੈਂ ਕਿਹਾ, ਇਹ ਉਬਲਿਆ ਹੋਇਆ ਆਂਡਾ ਹੈ ਤੇ ਤੁਹਾਡੀ ਮਾਂ ਨੇ ਕਿਹਾ ਹੈ ਇਹ ਖਾਣ ਲਈ। ਮੇਰੇ ਪਤੀ ਹੱਸੇ ਤੇ ਕਹਿਣ ਲੱਗੇ ਕਿ ਖਾਣ ਦੇ ਨਾਲ ਪ੍ਰਾਰਥਨਾ ਵੀ ਕਰੀ ਕਿ ਤੈਨੂੰ ਮੁੰਡਾ ਹੀ ਹੋਵੇ, ਨਹੀਂ ਤਾਂ ਖਾਣਾ ਪੀਣਾ ਤੇਰੇ ਕਿਸੇ ਕੰਮ ਨਹੀਂ ਆਵੇਗਾ। ਕਦੇ-ਕਦੇ ਤਾਂ ਮੈਨੂੰ ਇਹ ਸੋਚ ਕੇ ਬਹੁਤ ਦੁੱਖ ਹੁੰਦਾ ਕਿ ਮੇਰੇ ਪਤੀ ਮੇਰਾ ਸਾਥ ਨਹੀਂ ਦਿੰਦੇ, ਮੇਰੇ ਲਈ ਕੁਝ ਕਰ ਨਹੀਂ ਸਕਦੇ, ਪਰ ਉਹ ਮੈਨੂੰ ਤਸੱਲੀ ਤਾਂ ਦੇ ਸਕਦੇ ਹਨ। ਜੇ ਮੈਨੂੰ ਉਹਨਾਂ ਦਾ ਥੋੜ੍ਹਾ ਜਿਹਾ ਸਾਥ ਮਿਲ ਜਾਂਦਾ ਤਾਂ ਮੈਨੂੰ ਵੀ ਥੋੜ੍ਹਾ ਹੌਸਲਾ ਹੁੰਦਾ, ਪਰ ਹੁਣ ਤਾਂ ਅਸਲ ਵਿੱਚ ਮੈਨੂੰ ਉਹਨਾਂ ਤੋਂ ਕੋਈ ਉਮੀਦ ਹੀ ਨਹੀਂ ਸੀ। ਉਸਨੇ ਮੈਨੂੰ ਹਮਸਫ਼ਰ ਨਹੀਂ ਸਮਝਿਆ ਸੀ, ਸਗੋਂ ਬੱਚਾ ਪੈਦਾ ਕਰਨ ਵਾਲੀ ਮਸ਼ੀਨ ਹੀ ਸਮਝ ਰੱਖਿਆ ਸੀ ਤੇ ਉਹ ਮੇਰੇ ਤੋਂ ਮੁੰਡਾ ਹੀ ਚਾਹੁੰਦੇ ਸਨ। ਅਸੀਂ ਪਤੀ ਪਤਨੀ ਤਾਂ ਬਸ ਨਾਮ ਦੇ ਹੀ ਸੀ। ਮੈਂ ਰੱਬ ਅੱਗੇ ਪ੍ਰਾਰਥਨਾ ਕਰਦੀ ਕਿ ਇਸ ਵਾਰ ਮੈਨੂੰ ਮੁੰਡਾ ਹੀ ਦੇਵੇ ਤਾਂ ਜੋ ਮੈਂ ਉਹਨਾਂ ਨੂੰ ਕਹਿ ਸਕਾਂ ਕਿ ਜੋ ਤੁਹਾਨੂੰ ਚਾਹੀਦਾ ਸੀ ਉਹ ਤੁਹਾਨੂੰ ਮਿਲ ਗਿਆ। ਇਹਨਾਂ 5-6 ਸਾਲਾਂ ਵਿੱਚ ਮੈਨੂੰ ਉਹਨਾਂ ਨਾਲ ਬਹੁਤ ਨਫ਼ਰਤ ਹੋ ਗਈ ਸੀ, ਪਰ ਮੈਂ ਫਿਰ ਵੀ ਕਿਸੇ ਤਰ੍ਹਾਂ ਬਰਦਾਸ਼ਤ ਕਰ ਰਹੀ ਸੀ। ਇੱਕ ਦਿਨ ਮੇਰੇ ਪਤੀ ਬਹੁਤ ਗੁੱਸੇ ਵਿੱਚ ਬੋਲ ਰਹੇ ਸੀ ਕਿ ਰਾਮੂ ਕਿੱਥੇ ਹੈ। ਪਤਾ ਚੱਲਿਆ ਕਿ ਉਹ ਘਰ ਪਰ ਨਹੀਂ ਸੀ ਤੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ। ਉਹ ਹੁਣ ਤੱਕ ਬਿਨਾਂ ਦੱਸੇ ਕਦੇ ਨਹੀਂ ਗਿਆ ਸੀ। ਮੇਰੇ ਪਤੀ ਕਹਿਣ ਲੱਗੇ ਕਿ ਅੱਜ ਮੇਰੇ ਬਹੁਤ ਜ਼ਰੂਰੀ ਦੋਸਤ ਆਉਣ ਵਾਲੇ ਸਨ ਤੇ ਬਹੁਤ ਸਾਰੇ ਕੰਮ ਵੀ ਪਏ ਸਨ ਤੇ ਇਹ ਕਿੱਥੇ ਭੱਜ ਗਿਆ। ਮੈਂ ਵੀ ਸੋਚਣ ਲੱਗੀ ਕਿ ਆਖਿਰ ਰਾਮੂ ਕਿੱਥੇ ਗਿਆ, ਪਰ ਉਹ ਰਾਤ ਤੋਂ ਪਹਿਲਾਂ ਘਰ ਵਾਪਸ ਆ ਗਿਆ ਸੀ। ਮੇਰੇ ਪਤੀ ਨੇ ਉਸ ਨੂੰ ਬਹੁਤ ਡਾਂਟਿਆ, ਪਰ ਉਸਨੇ ਸਮੇਂ ਰਹਿੰਦੇ ਸਾਰੇ ਕੰਮ ਫਟਾਫਟ ਪੂਰੇ ਕਰ ਦਿੱਤੇ। ਰਾਤ ਨੂੰ ਜਦੋਂ ਉਹ ਵਾਪਸ ਆਇਆ ਤਾਂ ਮੈਂ ਉਸ ਨੂੰ ਪੁੱਛਣ ਲੱਗੀ ਕਿ ਤੂੰ ਕਿੱਥੇ ਗਿਆ ਸੀ। ਉਹ ਕਹਿਣ ਲੱਗਿਆ ਕਿ ਮੈਂ ਬਸ ਕਿਸੇ ਨੂੰ ਮਿਲਣ ਗਿਆ ਸੀ, ਪਰ ਮੈਨੂੰ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਝੂਠ ਬੋਲ ਰਿਹਾ ਹੈ। ਇੱਕ ਦਿਨ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਜੇਕਰ ਇਸ ਵਾਰ ਵੀ
ਮੇਰੇ ਬੇਟੀ ਹੋਈ ਤਾਂ ਕੀ ਸੱਚਮੁੱਚ ਤੁਸੀਂ ਮੈਨੂੰ ਘਰ ਤੋਂ ਕੱਢ ਦਵੋਗੇ? ਉਹਨਾਂ ਨੇ 2 ਪਲ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੇ ਕਿ ਇਸ ਘਰ ਵਿੱਚ ਮੇਰੀ ਮਾਂ ਦੀ ਚੱਲਦੀ ਹੈ। ਜੇ ਮੇਰੀ ਮਾਂ ਕਹੇਗੀ ਕਿ ਤੈਨੂੰ ਇਸ ਘਰ ਤੋਂ ਜਾਣਾ ਪਵੇਗਾ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਤੇ ਯਕੀਨਨ ਤੈਨੂੰ ਇਸ ਘਰ ਤੋਂ ਜਾਣਾ ਹੀ ਪਵੇਗਾ। ਮੇਰੇ ਪਤੀ ਨੇ ਇਸ ਗੱਲ ਨੂੰ ਬੜੀ ਸ਼ਾਂਤੀ ਨਾਲ ਕਹਿ ਦਿੱਤਾ ਸੀ, ਪਰ ਇਸ ਗੱਲ ਨੇ ਮੇਰੇ ਅੰਦਰ ਤੂਫਾਨ ਮਚਾ ਦਿੱਤਾ। ਮੈਂ ਕਿਹਾ, ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ, ਇਹ ਤੁਹਾਡੀ ਜ਼ਿੰਦਗੀ ਹੈ, ਇਹ ਹਵੇਲੀ ਤੁਹਾਡੀ ਹੈ, ਬੱਚੇ ਵੀ ਤੁਹਾਡੇ ਹਨ। ਪਰ ਮੈਂ ਹੋਰ ਕੁਝ ਨਾ ਬੋਲੀ। ਇੱਕ ਦਿਨ ਮੈਂ ਕੁਝ ਅਜਿਹਾ ਦੇਖਿਆ ਕਿ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਰਾਤ ਦਾ ਸਮਾਂ ਸੀ। ਇਹ ਉਹੀ ਟਾਈਮ ਸੀ ਜਦੋਂ ਰਾਮੂ ਮੇਰੇ ਲਈ ਆਂਡਾ ਲੈ ਕੇ ਆਇਆ ਕਰਦਾ ਸੀ। ਪਰ ਅੱਜ ਬਹੁਤ ਦੇਰ ਹੋ ਗਈ ਸੀ। ਮੈਨੂੰ ਨੀਂਦ ਆ ਰਹੀ ਸੀ। ਮੈਂ ਜਲਦੀ ਨਾਲ ਆਂਡਾ ਖਾ ਕੇ ਸੌਣਾ ਚਾਹੁੰਦੀ ਸੀ। ਮੇਰੇ ਆਖਰੀ ਦਿਨ ਚੱਲ ਰਹੇ ਸੀ ਤੇ ਮੈਨੂੰ ਅੱਜ ਸਵੇਰ ਤੋਂ ਹੀ ਤਕਲੀਫ ਵੀ ਸੀ। ਮੈਂ ਵਾਰ-ਵਾਰ ਟਾਈਮ ਦੇਖ ਰਹੀ ਸੀ, ਪਰ ਰਾਮੂ ਅਜੇ ਤੱਕ ਆਂਡਾ ਲੈ ਕੇ ਨਹੀਂ ਆਇਆ ਸੀ। ਫਿਰ ਮੈਂ ਸੋਚਿਆ ਕਿ ਮੈਂ ਖੁਦ ਹੀ ਜਾ ਕੇ ਦੇਖਦੀ ਹਾਂ ਕਿ ਉਹ ਕੀ ਕਰ ਰਿਹਾ ਹੈ। ਜੇ ਉਹ ਨਾ ਹੋਇਆ ਤਾਂ ਮੈਂ ਆਪ ਹੀ ਆਂਡਾ ਲੈ ਕੇ ਆਵਾਂਗੀ। ਜਦ ਮੈਂ ਜਾਣ ਲੱਗੀ ਤਾਂ ਮੇਰੇ ਪਤੀ ਨੇ ਪੁੱਛਿਆ ਕਿ ਤੂੰ ਇਸ ਟਾਈਮ ਕਿੱਥੇ ਜਾ ਰਹੀ ਹੈ? ਮੈਂ ਕਿਹਾ ਕਿ ਮੈਂ ਥੋੜ੍ਹਾ ਟਹਿਲਣ ਜਾ ਰਹੀ ਹਾਂ। ਉਹਨਾਂ ਨੇ ਕਿਹਾ, ਠੀਕ ਹੈ। ਉਹ ਇੱਕ ਕਿਤਾਬ ਪੜ੍ਹਨ ਵਿੱਚ ਮਗਨ ਸਨ। ਜਦ ਮੈਂ ਰਸੋਈ ਵੱਲ ਆਈ ਤਾਂ ਮੈਂ ਰਸੋਈ ਦੀ ਖਿੜਕੀ ਵਿੱਚੋਂ ਇੱਕ ਦ੍ਰਿਸ਼ ਦੇਖਿਆ। ਇਹ ਦ੍ਰਿਸ਼ ਦੇਖ ਕੇ ਮੈਂ ਹੈਰਾਨ ਹੋ ਗਈ। ਸਾਹਮਣੇ ਇੱਕ ਟਰੇ ਰੱਖੀ ਸੀ ਜਿਸ ਵਿੱਚ ਦੁੱਧ ਦਾ ਗਲਾਸ ਸੀ ਤੇ ਰਾਮੂ ਦੇ ਹੱਥ ਵਿੱਚ ਹੀ ਆਂਡਾ ਸੀ। ਉਹ ਕੁਝ ਮੰਤਰ ਪੜ੍ਹ ਕੇ ਉਸ 'ਤੇ ਫੂਕਾਂ ਮਾਰ ਰਿਹਾ ਸੀ। ਫਿਰ ਉਸ ਆਂਡੇ ਨੂੰ ਟਰੇ ਵਿੱਚ ਰੱਖਿਆ ਤੇ ਬਾਹਰ ਆਉਣ ਲੱਗਿਆ। ਬਾਹਰ ਉਸਦਾ ਮੇਰੇ ਨਾਲ ਟਾਕਰਾ ਹੋਇਆ ਤਾਂ ਉਹ ਮੈਨੂੰ ਦੇਖ ਕੇ ਡਰ ਗਿਆ, ਜਿਵੇਂ ਕੋਈ ਚੋਰ ਪੁਲਿਸ ਨੂੰ ਦੇਖ ਕੇ ਡਰ ਜਾਂਦਾ ਹੈ। ਕਹਿਣ ਲੱਗਿਆ, ਮੈਂ ਤੁਹਾਡੇ ਕਮਰੇ ਵਿੱਚ ਹੀ ਆ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਜੋ ਤੂੰ ਕਰ ਰਿਹਾ ਸੀ ਉਹ ਮੈਂ ਦੇਖ ਲਿਆ ਹੈ। ਕੀ ਕਰ ਰਿਹਾ ਸੀ ਤੂੰ? ਕੀ ਮੇਰੇ 'ਤੇ ਕੋਈ ਜਾਦੂ ਕਰ ਰਿਹਾ ਸੀ ਜਾਂ ਫਿਰ ਅਜਿਹਾ ਕਰਨ ਲਈ ਤੈਨੂੰ ਕਿਸੇ ਹੋਰ ਨੇ ਕਿਹਾ ਸੀ? ਕਿਤੇ ਮੈਂ ਤੈਨੂੰ ਇਹ ਸਭ ਕਰਨ ਲਈ ਮੇਰੀ ਸੱਸ ਨੇ ਤਾਂ ਨਹੀਂ ਕਿਹਾ? ਕਿਤੇ ਉਹ ਜਾਣ-ਬੁੱਝ ਕੇ ਤਾਂ ਨਹੀਂ ਕਰਵਾਉਂਦੀ ਕਿ ਮੇਰੇ ਕੁੜੀ ਹੋਵੇ ਤੇ ਉਹ ਮੈਨੂੰ ਇਸ ਘਰ ਵਿੱਚੋਂ ਕੱਢ ਸਕੇ ਤੇ ਆਪਣੇ ਮੁੰਡੇ ਦਾ ਵਿਆਹ ਆਪਣੀ ਸਹੇਲੀ ਦੀ ਕੁੜੀ ਨਾਲ ਕਰਵਾ ਸਕੇ? ਤੂੰ ਤਾਂ ਇਸ ਘਰ ਦਾ ਪੁਰਾਣਾ ਨੌਕਰ ਹੈ। ਤੂੰ ਤਾਂ ਜ਼ਰੂਰ ਇਹਨਾਂ ਲੋਕਾਂ ਨਾਲ ਮਿਲਿਆ ਹੋਇਆ ਹੈ ਨਾ। ਮੈਂ ਹੀ ਪਾਗਲ ਸੀ ਜੋ ਤੇਰੀਆਂ ਗੱਲਾਂ ਵਿੱਚ ਆ ਗਈ। ਮੈਂ ਆਪਣੇ ਦਿਲ ਦੀ ਭੜਾਸ ਕੱਢ ਰਹੀ ਸੀ। ਉਹ ਬਾਰ-ਬਾਰ ਨਾਂਹ ਵਿੱਚ ਸਿਰ ਹਿਲਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਗਦਾਰ ਨਹੀਂ ਹਾਂ, ਪਰ ਮੈਨੂੰ ਉਸ 'ਤੇ ਵਿਸ਼ਵਾਸ ਨਹੀਂ ਹੋਇਆ। ਮੈਂ ਟਰੇ 'ਤੇ ਹੱਥ ਮਾਰ ਕੇ ਸਾਰਾ ਦੁੱਧ ਡੋਲ ਦਿੱਤਾ। ਖੜਕਾ ਸੁਣ ਕੇ ਮੇਰੇ ਪਤੀ ਵੀ ਆ ਗਏ। ਫਿਰ ਮੇਰੇ ਅਚਾਨਕ ਜ਼ੋਰਾਂ ਦੇ ਦਰਦ ਸ਼ੁਰੂ ਹੋ ਗਈ ਤੇ ਮੇਰੇ ਕਦਮ ਲੜਖੜਾ ਗਏ। ਮੇਰੇ ਪਤੀ ਨੇ ਦੌੜ ਕੇ ਮੈਨੂੰ ਸੰਭਾਲ ਲਿਆ ਤੇ ਮੈਨੂੰ ਹਸਪਤਾਲ ਲੈ ਗਏ। ਜਦ ਮੇਰੀ ਡਿਲੀਵਰੀ ਹੋਈ ਤਾਂ ਮੈਂ ਆਪਣੇ ਬੱਚੇ ਨੂੰ ਦੇਖਿਆ ਤਾਂ ਇਸ ਵਾਰ ਵੀ ਮੈਨੂੰ ਕੁੜੀ ਹੀ ਹੋਈ ਸੀ। ਮੈਂ ਬੁਰੀ ਤਰ੍ਹਾਂ ਰੋਣ ਲੱਗੀ। ਫਿਰ ਇੱਕ ਔਰਤ ਉੱਥੇ ਆਈ ਤੇ ਉਸ ਨੇ ਮੇਰੀ ਬੇਟੀ ਨੂੰ ਚੁੱਕ ਕੇ ਉਸ ਦੀ ਜਗ੍ਹਾ 'ਤੇ ਆਪਣਾ ਬੇਟਾ ਰੱਖ ਦਿੱਤਾ। ਮੈਂ ਹੈਰਾਨ ਰਹਿ ਗਈ ਕਿਉਂਕਿ ਉਸ ਔਰਤ ਨੂੰ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਸ ਔਰਤ ਨੇ ਕਿਹਾ ਕਿ ਮੈਂ ਰਾਮੂ ਦੀ ਘਰਵਾਲੀ ਹਾਂ। ਜਿਸ ਦਿਨ ਤੁਸੀਂ ਪ੍ਰੈਗਨੈਂਟ ਹੋਏ ਸੀ ਉਸ ਦਿਨ ਮੈਂ ਵੀ ਪ੍ਰੈਗਨੈਂਟ ਹੋਈ ਸੀ। ਮੇਰੇ 3 ਬੱਚੇ ਹਨ ਤੇ ਤਿੰਨੇ ਹੀ ਮੁੰਡੇ ਹਨ, ਪਰ ਇਸ ਵਾਰ ਮੈਂ ਕੁੜੀ ਦੀ ਉਮੀਦ ਕਰ ਰਹੀ ਸੀ, ਪਰ ਰੱਬ ਨੇ ਮੈਨੂੰ ਇਸ ਵਾਰ ਵੀ ਮੁੰਡਾ ਹੀ ਦਿੱਤਾ। ਮੈਨੂੰ ਰਾਮੂ ਨੇ ਸਾਰੀ ਗੱਲ ਦੱਸ ਦਿੱਤੀ ਸੀ ਤੇ ਕਿਹਾ ਸੀ ਕਿ ਆਪਾਂ ਇਹ ਮੁੰਡਾ ਮੇਮ ਸਾਹਿਬ ਨੂੰ ਦੇ ਦੇਵਾਂਗੇ। ਉਸਨੇ ਇਹ ਪਹਿਲਾਂ ਤੋਂ ਹੀ ਯੋਜਨਾ ਬਣਾਈ ਸੀ ਤੇ ਮੈਂ ਵੀ ਪੂਰੀ ਤਿਆਰੀ ਕਰਕੇ ਆਈ ਹਾਂ। ਇਹ ਬੱਚਾ 2 ਦਿਨ ਪਹਿਲਾਂ ਹੀ ਹੋਇਆ ਹੈ, ਇਸ ਲਈ ਇਹ ਬਿਲਕੁਲ ਪਤਾ ਨਹੀਂ ਚੱਲੇਗਾ ਕਿ ਇਹ ਤੁਹਾਡਾ ਮੁੰਡਾ ਹੈ ਜਾਂ ਮੇਰਾ। ਇਹ ਕਹਿ ਕੇ ਉਸਨੇ ਬੱਚੇ ਨੂੰ ਮੇਰੀ ਗੋਦ ਵਿੱਚ ਪਾ ਦਿੱਤਾ। ਮੈਂ ਰੋਂਦੇ ਹੋਏ ਉਸਦੇ ਅੱਗੇ ਹੱਥ ਜੋੜਨ ਲੱਗੀ ਤਾਂ ਉਸਨੇ ਮੇਰੇ ਹੱਥ ਫੜ ਕੇ ਨੀਚੇ ਕਰ ਦਿੱਤੇ ਤੇ ਕਹਿਣ ਲੱਗੀ ਕਿ ਤੁਸੀਂ ਹੱਥ ਨਾ ਜੋੜੋ। ਜਦ ਉਸਨੇ ਮੇਰੀ ਕੁੜੀ ਨੂੰ ਚੁੱਕਿਆ ਤਾਂ ਮੇਰਾ ਦਿਲ ਜਿਵੇਂ ਬੈਠ ਹੀ ਗਿਆ। ਮੈਂ ਉਸ ਨੂੰ ਕਿਹਾ ਕਿ ਤੇਰੇ ਵਿੱਚ ਆਪਣਾ ਮੁੰਡਾ ਦੇਣ ਦੀ ਹਿੰਮਤ ਹੈ, ਪਰ ਮੇਰੀ ਕੁੜੀ ਨੂੰ ਤੂੰ ਮੇਰੇ ਤੋਂ ਦੂਰ ਲੈ ਜਾਵੇਂਗੀ, ਮੈਂ ਇਹ ਕਿਵੇਂ ਸਹਿਣ ਕਰਾਂਗੀ? ਉਸਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਇਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਾਂਗੀ। ਫਿਰ ਉਹ ਉਸੇ ਦਰਵਾਜ਼ੇ ਤੋਂ ਵਾਪਸ ਚਲੀ ਗਈ ਜਿੱਥੋਂ ਆਈ ਸੀ। ਫਿਰ ਮੈਂ ਡਾਕਟਰ ਨਾਲ ਗੱਲ ਕਰਕੇ ਉਹਨਾਂ ਨੂੰ ਸਾਰੀ ਗੱਲ ਸਮਝਾਈ। ਡਾਕਟਰ ਕਹਿਣ ਲੱਗੀ, ਜੇ ਇਸ ਤਰ੍ਹਾਂ ਕਰਨ ਨਾਲ ਤੇਰਾ ਘਰ ਬਚਦਾ ਹੈ ਤਾਂ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਮੈਂ ਆਪਣਾ ਮੂੰਹ ਬੰਦ ਰੱਖਾਂਗੀ। ਮੈਂ ਤਾਂ ਇੱਕ ਡਾਕਟਰ ਹਾਂ। ਮੈਂ ਰੋਜ਼ ਇਸ ਤਰ੍ਹਾਂ ਦੇ ਲੋਕਾਂ ਨੂੰ ਦੇਖਦੀ ਹਾਂ। ਜਦੋਂ ਬੇਟੀ ਪੈਦਾ ਹੁੰਦੀ ਹੈ ਤਾਂ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਰਾਮੂ ਨੇ ਆਪਣਾ ਕੰਮ ਕਰ ਦਿੱਤਾ ਸੀ। ਉਹ ਸੱਚਮੁੱਚ ਇੱਕ ਵਫਾਦਾਰ ਸੇਵਕ ਸੀ। ਮੇਰੇ ਪਤੀ ਅਤੇ ਮੇਰੀ ਸੱਸ ਨੂੰ ਜਦੋਂ ਪਤਾ ਚੱਲਿਆ ਕਿ ਮੁੰਡਾ ਹੋਇਆ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਸੀ,
ਜਿਵੇਂ ਕਿ ਮੇਰੀ ਸੱਸ ਨੇ ਕਿਹਾ ਸੀ ਕਿ ਜੇ ਤੂੰ ਮੁੰਡੇ ਨੂੰ ਜਨਮ ਦਿੱਤਾ ਤੈਨੂੰ ਰਾਣੀ ਦੀ ਤਰ੍ਹਾਂ ਰੱਖਿਆ ਜਾਵੇਗਾ, ਉਸੇ ਤਰ੍ਹਾਂ ਹੀ ਹੋਇਆ। ਹੁਣ ਮੇਰੀ ਹਰ ਗੱਲ ਮੰਨੀ ਜਾਂਦੀ ਸੀ। ਮੇਰੇ ਪਤੀ ਮੁੰਡੇ ਨੂੰ ਪਾ ਕੇ ਬਹੁਤ ਖੁਸ਼ ਸਨ। ਹੁਣ ਉਹ ਮੇਰੀਆਂ ਬੇਟੀਆਂ ਨੂੰ ਵੀ ਪਿਆਰ ਕਰਨ ਲੱਗੇ ਸੀ। ਹਸਪਤਾਲ ਤੋਂ ਜਦੋਂ ਮੈਂ ਘਰ ਆਈ ਤਾਂ ਘਰ ਆ ਕੇ ਮੈਂ ਰਾਮੂ ਤੋਂ ਵੀ ਮਾफ़ੀ ਮੰਗੀ ਕਿ ਉਸ ਦਿਨ ਪਤਾ ਨਹੀਂ ਮੈਂ ਤੈਨੂੰ ਕੀ ਬੁਰਾ ਭਲਾ ਕਹਿ ਦਿੱਤਾ ਸੀ। ਉਸਨੇ ਕਿਹਾ, ਮੇਮ ਸਾਹਿਬ ਕੋਈ ਗੱਲ ਨਹੀਂ, ਮੈਂ ਤੁਹਾਡਾ ਹਾਲ ਸਮਝਦਾ ਹਾਂ। ਉਸ ਕੱਚੇ ਆਂਡੇ ਨਾਲ ਇਸ ਦਾ ਕੋਈ ਸੰਬੰਧ ਨਹੀਂ ਸੀ। ਬਸ ਮੈਂ ਸੋਚ ਲਿਆ ਸੀ ਕਿ ਆਪਣੀ ਔਲਾਦ ਤੁਹਾਡੀ ਝੋਲੀ ਵਿੱਚ ਪਾ ਦੇਵਾਂਗਾ। ਪਰ ਜੇ ਇਹ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਕਰਦਾ ਤਾਂ ਤੁਸੀਂ ਪਤਾ ਨਹੀਂ ਕੀ ਸੋਚਦੇ। ਪਰ ਇਸ ਦੇ ਨਾਲ ਹੀ ਮੈਨੂੰ ਇਹ ਉਮੀਦ ਵੀ ਸੀ ਕਿ ਸ਼ਾਇਦ ਰੱਬ ਤੁਹਾਨੂੰ ਇਸ ਵਾਰ ਮੁੰਡਾ ਦੇ ਦੇਵੇ। ਪਰ ਜਦੋਂ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਕੁੜੀ ਹੋਈ ਹੈ ਤਾਂ ਮੈਂ ਤੁਰੰਤ ਆਪਣੀ ਘਰਵਾਲੀ ਨੂੰ ਭੇਜ ਦਿੱਤਾ। ਤੁਹਾਡੀ ਕੁੜੀ ਮੇਰੇ ਘਰ ਵਿੱਚ ਸੁਰੱਖਿਅਤ ਹੈ। ਹੁਣ ਜਦ 3 ਮੁੰਡਿਆਂ ਤੋਂ ਬਾਅਦ ਮੈਨੂੰ ਕੁੜੀ ਮਿਲੀ ਹੈ ਤਾਂ ਸੁਭਾਵਿਕ ਹੈ ਕਿ ਉਹ ਮੇਰੇ ਘਰ ਦੀ ਰਾਣੀ ਬਣ ਕੇ ਰਹੇਗੀ। ਤੁਸੀਂ ਚਿੰਤਾ ਨਾ ਕਰੋ, ਤੁਹਾਨੂੰ ਮਿਲਾਉਣ ਲਈ ਉਸ ਨੂੰ ਮੈਂ ਲੈ ਕੇ ਆਇਆ ਕਰਾਂਗਾ। ਮੇਰੀ ਸੱਸ ਤੇ ਮੇਰੇ ਪਤੀ ਨੂੰ ਜੋ ਚਾਹੀਦਾ ਸੀ ਉਹਨਾਂ ਨੂੰ ਉਹ ਮਿਲ ਗਿਆ ਸੀ। ਮੈਂ ਇਸ ਘਰ ਦੀ ਰਾਣੀ ਤਾਂ ਸੀ, ਪਰ ਹੁਣ ਮੇਰੇ ਵਿਚਾਰ ਬਦਲ ਗਏ ਸਨ। ਮੈਂ ਉਹਨਾਂ ਨੂੰ ਆਪਣੀ ਜੁੱਤੀ ਦੀ ਨੋਕ 'ਤੇ ਰੱਖਦੀ ਸੀ, ਉਹਨਾਂ ਦੀ ਹਰ ਗੱਲ ਦਾ ਜਵਾਬ ਦੇ ਦਿੰਦੀ ਸੀ ਤੇ ਉਹ ਚੁੱਪਚਾਪ ਸੁਣ ਵੀ ਲੈਂਦੇ ਸਨ। ਫਿਰ ਕਿਸਮਤ ਨੇ ਪਲਟੀ ਖਾ ਲਈ ਤੇ ਮੇਰੇ ਨਾਲ ਇੱਕ ਵੱਡਾ ਹਾਦਸਾ ਹੋ ਗਿਆ। ਇੱਕ ਦਿਨ ਮੇਰੀ ਸੱਸ ਤੇ ਮੇਰੇ ਪਤੀ ਗੱਡੀ ਵਿੱਚ ਬੈਠ ਕੇ ਕਿਤੇ ਜਾ ਰਹੇ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹ ਦੋਨੇ ਇਸ ਦੁਨੀਆ ਵਿੱਚ ਨਹੀਂ ਰਹੇ। ਮੈਨੂੰ ਆਪਣੇ ਪਤੀ ਦੇ ਜਾਣ ਦਾ ਬਹੁਤ ਦੁੱਖ ਹੋਇਆ। ਮੈਂ ਕਈ ਮਹੀਨਿਆਂ ਤੱਕ ਉਹਨਾਂ ਦਾ ਸ਼ੋਕ ਮਨਾਇਆ। ਹੁਣ ਇਸ ਹਵੇਲੀ ਦੀ ਮਾਲਕਣ ਮੈਂ ਸੀ ਤੇ ਸਾਰੀ ਹਵੇਲੀ ਮੇਰੀ ਹੋ ਚੁੱਕੀ ਸੀ। ਮੈਂ ਰਾਮੂ ਤੇ ਉਸਦੇ ਬੀਵੀ ਬੱਚਿਆਂ ਨੂੰ ਪਿੰਡ ਤੋਂ ਵਾਪਸ ਬੁਲਾ ਲਿਆ ਤੇ ਆਪਣੀ ਕੁੜੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੱਡਾ ਹੁੰਦੇ ਹੋਏ ਦੇਖਣ ਲਈ ਉਸ ਨੂੰ ਇਸ ਹਵੇਲੀ ਵਿੱਚ ਰਹਿਣ ਲਈ ਕਹਿ ਦਿੱਤਾ। ਹੌਲੀ-ਹੌਲੀ ਅਸੀਂ ਪਿੰਡ ਦੀ ਸਾਰੀ ਜ਼ਮੀਨ ਤੇ ਹਵੇਲੀ ਵੇਚ ਦਿੱਤੀ ਤੇ ਸ਼ਹਿਰ ਵਿੱਚ 2 ਘਰ ਲੈ ਲਏ। ਇੱਕ ਘਰ ਵਿੱਚ ਮੈਂ ਤੇ ਮੇਰੇ ਬੱਚੇ ਰਹਿੰਦੇ ਸਨ ਤੇ ਦੂਜੇ ਘਰ ਵਿੱਚ ਰਾਮੂ ਤੇ ਉਸਦਾ ਪਰਿਵਾਰ ਰਹਿੰਦਾ ਸੀ। ਸਮਾਂ ਗੁਜ਼ਰਦਾ ਗਿਆ ਤੇ ਸਾਰੇ ਬੱਚੇ ਜਵਾਨ ਹੋ ਗਏ। ਫਿਰ ਮੈਂ ਆਪਣੇ ਮੁੰਡੇ ਦਾ ਵਿਆਹ ਰਾਮੂ ਦੀ ਕੁੜੀ ਨਾਲ ਕਰ ਦਿੱਤਾ। ਇਸ ਤਰ੍ਹਾਂ ਮੈਨੂੰ ਮੇਰੀ ਚੌਥੀ ਕੁੜੀ ਵੀ ਵਾਪਸ ਮਿਲ ਗਈ। ਰਾਮੂ ਨੇ ਆਪਣਾ ਫਰਜ਼ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਸੀ। ਉਸਨੇ ਨਾ ਸਿਰਫ ਸਾਡੀ ਮਦਦ ਕੀਤੀ, ਸਗੋਂ ਬੱਚਿਆਂ ਦੀ ਪਰਵਰਿਸ਼ ਕਰਨ ਵਿੱਚ ਵੀ ਸਾਡੀ ਮਦਦ ਕੀਤੀ। ਹੁਣ ਅਸੀਂ ਸਾਰੇ ਬਹੁਤ ਖੁਸ਼ ਹਾਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਧੰਨਵਾਦ ਜੀ।